ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਅਖੀਰਲੇ ਪਿੰਡ ਕੰਦੂ ਖੇੜਾ। ਪਛੜਿਆ ਪਿੰਡ ਹੈ, ਲਾਸਟ ਪਿੰਡ ਹੈ। ਕੀ ਹੋਇਆ ਸੀ ਜਦੋਂ ਕੰਦੂ ਖੇੜਾ ਕਰੂ ਨਬੇੜਾ ਦਾ ਨਾਰਾ ਦਿੱਤਾ ਗਿਆ? ਪਠਾਨਕੋਟ ਤੋਂ ਲੈ ਕੇ ਸਾਰੀ ਪੁਲਿਸ ਪੰਜਾਬ ਦੀ ਇੱਥੇ ਸੀ। ਇਲਾਕਾ ਸੀਲ ਕਰ ਦਿੱਤਾ, ਬਾਹਰ ਨਾ ਕੋਈ ਆਵੇ ਤੇ ਜਿਹੜਾ ਆ ਗਿਆ ਉਹ ਜਾ ਨਹੀਂ ਸੀ ਸਕਦਾ। ਅਗਰ ਜੇ ਅਸੀਂ ਚਾਹੁੰਦੇ ਨਾ ਹਰਿਆਣੇ 'ਚ ਜਾਣਾ ਚਾਹੁੰਦੇ, ਸਾਨੂੰ ਸਭ ਕੁਝ ਮਿਲਦਾ ਸੀ। ਸਾਡੇ ਬੱਚੇ ਵੀ ਲੱਗਦੇ ਸੀ, ਸਾਨੂੰ ਰੁਪਈਆ ਬਹੁਤ ਵਿਖਾਇਆ ਗਿਆ ਸੀ। ਇਹਨਾਂ ਦੇ ਡੈਡੀ ਦੀ ਜਿੰਨੀ ਕੁਰਬਾਨੀ ਨੰਬਰਦਾਰ ਦੀ ਚੱਕ ਕੇ ਹੀ ਲੈ ਗਏ ਸੀ ਹਰਿਆਣੇ 'ਚ। ਤੁਸੀਂ ਪੰਜਾਬ ਦੇ ਕਈ ਪਿੰਡ ਬਚਾਏ ਆ, ਚੰਡੀਗੜ੍ਹ ਲੈਣ ਦੇ ਚੱਕਰ ਵਿੱਚ ਇਸ ਪਿੰਡ ਦੀ ਜਿਹੜੀ ਇੱਕ ਕੁਰਬਾਨੀ ਹੈ ਉਸ ਨੂੰ ਉਸ ਤਰੀਕੇ ਨਾਲ ਲਿਆ ਜਾਂਦਾ ਜਿਵੇਂ ਲੈਣਾ ਚਾਹੀਦਾ, ਤੇ ਉਸ ਤਰੀਕੇ ਨਾਲ ਲੈਣਾ ਚਾਹੀਦਾ ਸੀ ਪਰ ਨਹੀਂ ਲਿਆ ਗਿਆ। ਪਿੰਡ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਪਰ ਇਸ ਪਿੰਡ ਲਈ ਸਰਕਾਰ ਨੇ ਕੁਝ ਕੀਤਾ। ਮੈਂ ਬਾਦਲ ਸਾਹਿਬ ਨੂੰ ਇਹ ਆਂਦਾ ਰਿਹਾ ਵੀ ਕੰਦੂ ਖੇੜੇ ਨੇ ਤੁਹਾਨੂੰ ਫਾਜ਼ਿਲਕਾ ਜ਼ਿਲ੍ਹਾ ਲੈ ਕੇ ਦਿੱਤਾ। ਤੁਸੀਂ ਕਬੱਡੀ ਖੇਡਣ ਵਾਲਿਆਂ ਨੂੰ ਕਰੋੜਾਂ ਰੁਪਏ ਦਿੱਤੇ, ਵੱਡੀਆਂ ਵੱਡੀਆਂ ਨੌਕਰੀਆਂ ਦਿੱਤੀਆਂ। ਕੰਦੂ ਖੇੜੇ ਦੀ ਕੋਈ ਨਿਸ਼ਾਨੀ ਲਾ ਦਿਓ ਵੀ ਆ ਇਹਨਾਂ ਦੀ ਕੁਰਬਾਨੀ ਦੀ ਨਿਸ਼ਾਨੀ ਹੈ। ਉਸ ਟਾਈਮ ਤਾਂ ਉਹਨਾਂ ਨੇ ਬਹੁਤ ਹੀ ਸਾਡੇ ਨਾਲ ਵਾਅਦੇ ਕਰੇ ਸੀ ਵੀ ਕੰਦੂ ਖੇੜੇ ਨੂੰ ਮਿੰਨੀ ਚੰਡੀਗੜ੍ਹ ਬਣਾ ਦਿਆਂਗੇ, 25 ਮੁੰਡੇ ਤੁਹਾਨੂੰ ਨੌਕਰੀ ਲਵਾ ਦਿਆਂਗੇ। ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ। ਜਿਹੜੇ ਸਾਡੇ ਨਾਲ ਲੀਡਰਸ਼ਿਪ ਨੇ ਵਾਅਦੇ ਕੀਤੇ ਉਹਨਾਂ ਦੇ ਵਿੱਚੋਂ ਇੱਕ ਵੀ ਆਣ ਕੇ ਕਹੇ ਦਿਨ ਪੂਰਾ ਹੋਇਆ ਨਹੀਂ। ਪਰ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਅਖੀਰਲੇ ਪਿੰਡ ਕੰਦੂ ਖੇੜਾ, ਜਿਹੜਾ ਇੱਕ ਨਾਰਾ ਮਸ਼ਹੂਰ ਕਦੇ ਹੋਇਆ ਸੀ ਇਤਿਹਾਸ ਦੇ ਪੰਨੇ ਫਰੋਲਦਿਆਂ, ਕੰਦੂ ਖੇੜਾ ਕਰੂ ਨਬੇੜਾ। ਤਾਂ ਇਹਨਾਂ ਪਿੰਡ ਦੇ ਲੋਕਾਂ ਨੇ ਨਬੇੜਾ ਕੀਤਾ ਸੀ। ਪੰਜਾਬ ਦੇ ਸੈਂਕੜੇ ਪਿੰਡ ਇਸ ਪਿੰਡ ਵਾਸੀਆਂ ਨੇ ਬਚਾਏ ਸੀ। ਅਸੀਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਹਨਾਂ ਦੇ ਵਿੱਚ ਉਹ ਬਜ਼ੁਰਗ ਉਹ ਸੱਜਣ ਵੀ ਸ਼ਾਮਲ ਨੇ ਜਿਨ੍ਹਾਂ ਨੇ ਪੰਜਾਬ ਦੇ ਉਹਨਾਂ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤਾਂ ਵੀ ਕੀਤੀਆਂ, ਗੱਲਾਂ ਵੀ ਕੀਤੀਆਂ। ਇਸ ਪਿੰਡ ਦੇ ਵਿੱਚ ਸਿਆਸੀ ਲੋਕਾਂ ਨੇ ਡੇਰੇ ਵੀ ਲਾਏ। ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। 1985 ਤੋਂ 87 ਦਾ ਦੌਰ ਸੀ ਤੇ 1986 ਦੇ ਵਿੱਚ ਜਨਵਰੀ ਦੇ ਮਹੀਨੇ ਇੱਕ ਵੋਟਿੰਗ ਹੁੰਦੀ ਹੈ। ਇਸ ਪਿੰਡ ਨੂੰ ਚੁਣਿਆ ਜਾਂਦਾ ਹੈ ਕਿ ਪਿੰਡ ਇਸ ਪੰਜਾਬ ਦੇ ਜਿਹੜੇ ਪਿੰਡ ਨੇ ਕਈ ਹਰਿਆਣੇ ਨੂੰ ਦਿੱਤੇ ਜਾਣਗੇ ਜਾਂ ਨਹੀਂ ਦਿੱਤੇ ਜਾਣਗੇ। ਤਾਂ ਨਬੇੜਾ ਇਸੇ ਪਿੰਡ ਦੇ ਅੰਦਰ ਹੋਇਆ ਸੀ ਪਰ ਪਿੰਡ ਦੀ ਤਸਵੀਰ ਬਦਲੀ ਹੈ ਕਿ ਨਹੀਂ। ਔਰ ਇਹਨਾਂ ਸਾਰੇ ਚਸ਼ਮਦੀਦਾਂ ਤੋਂ ਜਿਨ੍ਹਾਂ ਨੇ ਵੋਟਿੰਗ ਵੀ ਕੀਤੀ ਸੀ ਕਿ ਪੰਜਾਬੀ ਬੋਲਦੇ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਕਿੰਨੇ ਪੰਜਾਬੀ ਬੋਲਦੇ ਨੇ, ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਇਸ ਪਿੰਡ ਦੇ ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ। ਸਭ ਤੋਂ ਪਹਿਲਾਂ ਮੈਂ ਬਜ਼ੁਰਗਾਂ ਤੋਂ ਹੀ ਸ਼ੁਰੂਆਤ ਕਰਦਾ। ਬਾਪੂ ਜੀ ਤੁਹਾਡਾ ਨਾਮ ਕੀ ਹੈ? ਦਰਸ਼ਨ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਉਸ ਦੌਰ ਨੂੰ ਤੁਸੀਂ ਆਪਣੇ ਅੱਖੀਂ ਦੇਖਿਆ, ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ। ਕੀ ਹੋਇਆ ਸੀ ਜਦੋਂ ਕੰਦੂ ਖੇੜਾ ਕਰੂ ਨਬੇੜਾ ਦਾ ਨਾਰਾ ਦਿੱਤਾ ਗਿਆ? ਇਹ ਫਲਾਵਟੀ ਤਾਂ ਬਹੁਤ ਕੁਝ ਹੋਇਆ ਸੀ। ਪਠਾਨਕੋਟ ਤੋਂ ਲੈ ਕੇ ਸਾਰੀ ਪੁਲਿਸ ਪੰਜਾਬ ਦੀ ਇੱਥੇ ਸੀ। ਲਾਗਲੇ ਸਾਰੇ ਪਿੰਡ ਸਾਰੇ ਇੱਥੇ ਸੀ। ਲੱਖਾਂ ਦੀ ਤਾਦਾਦ ਵਿੱਚ ਲੋਕ ਇੱਥੇ ਇਕੱਠੇ ਹੋਏ ਸਨ। ਇੱਥੇ ਲੰਗਰ ਪਿੰਡ ਵੱਲੋਂ ਵੀ ਲੱਗੇ ਸੀ। ਮਾਰਕੀਟ ਕਮੇਟੀ ਮਲੋਟ ਵੱਲੋਂ ਵੱਡਾ ਲੰਗਰ ਲੱਗਿਆ ਸੀ। ਪਿੰਡਾਂ 'ਚ ਵੀ ਪੱਕ ਕੇ ਰੋਟੀਆਂ ਅਤੇ ਦੇਗਾਂ ਦਾਲਾਂ ਸਬਜ਼ੀਆਂ ਦੀਆਂ ਵੀ ਆਉਂਦੀਆਂ ਸੀ। ਮਤਲਬ ਇਹਨਾਂ 4 ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਵੀ ਫਿਰਦੀਆਂ ਸੀ। ਮਤਲਬ ਇੰਨਾ ਇਕੱਠ ਸੀ ਅਤੇ ਇੰਨੀ ਲੋੜ ਸੀ ਇਹਨਾਂ ਚੀਜ਼ਾਂ ਦੀ। ਜਿਹੜੇ ਸਾਡੇ ਨਾਲ ਵਾਅਦੇ ਕੀਤੇ ਉਸ ਵੇਲੇ, ਵਾਅਦੇ ਨਾ ਕਰਦੇ ਅਸੀਂ ਤਾਂ ਵੀ ਆਪਣੇ ਆਪ 'ਤੇ ਪੂਰਾ ਹੀ ਉਤਰਨਾ ਸੀ ਵੀ ਵੱਧ ਤੋਂ ਵੱਧ ਜ਼ੋਰ ਅਸੀਂ ਪੰਜਾਬ 'ਚ ਰਹਿਣ ਦਾ ਲਾਉਣਾ ਸੀ। ਇਹਨਾਂ ਵਾਅਦੇ ਬੜੇ ਕੀਤੇ ਅਤੇ ਵਾਅਦਾ ਇਹਨਾਂ ਇੱਕ ਵੀ ਪੂਰਾ ਨਹੀਂ ਕੀਤਾ। ਕਿੰਨੇ ਪਿੰਡ ਆ ਜਿਹੜੇ ਇਹਨਾਂ ਪਿੰਡ ਦੇ ਲੋਕਾਂ ਨੇ ਤੁਸੀਂ ਪਿੰਡ ਬਚਾ ਲਏ ਪੰਜਾਬ? 108 ਪਿੰਡ ਅਤੇ ਫਾਜ਼ਿਲਕਾ ਅਤੇ ਅਬੋਹਰ ਸ਼ਹਿਰ। ਮੈਂ ਬਾਦਲ ਸਾਹਿਬ ਨੂੰ ਇਹ ਆਂਦਾ ਰਿਹਾ ਵੀ ਕੰਦੂ ਖੇੜੇ ਨੇ ਤੁਹਾਨੂੰ ਫਾਜ਼ਿਲਕਾ ਜ਼ਿਲ੍ਹਾ ਲੈ ਕੇ ਦਿੱਤਾ ਹੈ। ਉਹਨਾਂ ਦੇ ਹਰਿਆਣੇ ਦੀ ਚੁੰਝ ਕੱਢ ਕੇ ਤੁਹਾਨੂੰ ਦਿੱਤਾ। ਅਗਰ ਇਹ ਕੰਦੂ ਖੇੜਾ ਦਾ ਹੋਰ ਸੁਣ ਲਓ, ਇਹ ਇਕਾਈ ਇੱਕ ਕੰਦੂ ਖੇੜਾ ਹੀ ਮੰਨਿਆ ਗਿਆ। ਇਹਦੀ ਜਨਗਣਨਾ 2 ਦਿਨ ਮਗਰੋਂ ਹੋਈ ਆ। ਇੱਥੇ ਖਤਰਾ ਬਹੁਤ ਵੱਧ ਗਿਆ। ਆਪਣੀ ਅਸਾਮ ਰਾਈਫਲਸ ਵਾਲੇ ਇੱਥੋਂ ਸੱਦੇ ਗਏ, ਹਵਾਈ ਜਹਾਜ਼ ਰਾਹੀਂ ਇੱਥੇ ਆਏ। ਮਤਲਬ ਇਹਨਾਂ ਫਲਾ ਇੱਥੇ ਗੌਰਮੈਂਟ ਨੇ ਵਿਖਾਵਾ ਕੀਤਾ। ਇਹਨਾਂ ਦੀ ਲੋੜ ਨਹੀਂ ਸੀ ਵੈਸੇ। ਅੱਛਾ, ਉਹ ਜੀ ਜਨਗਣਨਾ ਹੋਈ 3 ਦਿਨਾਂ 'ਚ ਹੋਈ। ਇੱਕ ਦਿਨ ਤਾਂ ਉਹਨਾਂ ਨਿਸ਼ਾਨਦੇਹੀ ਕੀਤੀ, 2 ਦਿਨਾਂ 'ਚ ਸਿਰੇ ਚੜ੍ਹਿਆ ਕੰਮ 17 ਜਨਵਰੀ 1986 ਨੂੰ। ਅੱਛਾ, ਇੱਥੇ ਉਹਨਾਂ ਚਿਰ ਬੜਾ ਕੁਝ ਹੁੰਦਾ ਰਿਹਾ। ਬਾਹਰ ਸਾਰੇ ਇਲਾਕਾ ਸੀਲ ਕਰ ਦਿੱਤਾ, ਬਾਹਰੋਂ ਨਾ ਕੋਈ ਆਵੇ ਅਤੇ ਜਿਹੜਾ ਆ ਗਿਆ ਉਹ ਜਾ ਨਹੀਂ ਸੀ ਸਕਦਾ। ਇਹਨਾਂ ਦਾ
ਅਸੀਂ ਫਿਰ ਤੁਹਾਡੇ ਕੋਲ ਆਉਣੇ ਆ, ਸਾਰੀਆਂ ਗੱਲਾਂ ਜਾਣਾਂਗੇ। ਇੱਧਰ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਵੀ ਮੌਜੂਦਾ ਸਰਪੰਚ ਨੇ, ਉਹ ਵੀ ਖੜੇ ਨੇ। ਬਾਕੀ ਸਾਰਿਆਂ ਨਾਲ ਗੱਲਬਾਤ ਕਰਾਂਗੇ। ਨੰਬਰਦਾਰ ਵੀ ਇਸ ਪਿੰਡ ਦੇ ਸਾਡੇ ਨਾਲ ਨੇ ਔਰ ਅਸੀਂ ਸਾਰਿਆਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ, ਇਸ ਪਿੰਡ ਦੇ ਪਿਛੋਕੜ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡ ਨੇ ਪੰਜਾਬ ਲਈ ਬਹੁਤ ਕੁਝ ਕੀਤਾ, ਪਰ ਇਸ ਪਿੰਡ ਲਈ ਸਰਕਾਰ ਨੇ ਕੁਝ ਕੀਤਾ? ਸਭ ਤੋਂ ਪਹਿਲਾਂ ਮੈਂ ਸਮਰ ਨਿਊਜ਼ ਚੈਨਲ ਵਾਲਿਆਂ ਦੀ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪਿੰਡ ਤੇ ਆਣ ਕੇ ਪਿੰਡ ਧਰਤੀ ਤੋਂ ਲੈ ਕੇ ਉੱਪਰ ਤੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਮੇਰਾ ਸਵਾਲ ਇਹ ਹੈ ਤੁਹਾਡੇ ਤੋਂ ਕਿ ਇਸ ਪਿੰਡ ਦੀ ਨੁਹਾਰ ਬਦਲਣ ਲਈ ਸਰਕਾਰ ਨੇ ਹਾਮੀ ਭਰੀ ਹੈ, ਜਿਵੇਂ ਤੁਸੀਂ ਹਾਮੀ ਭਰੀ ਸੀ ਕਿ ਪੰਜਾਬ ਦੇ ਪਿੰਡ ਅਸੀਂ ਜਾਣ ਨਹੀਂ ਦੇਣੇ ਹਰਿਆਣੇ ਵੱਲ? ਇਹ 1986 ਵਿੱਚ ਜਨਵਰੀ ਦਾ ਮਹੀਨਾ ਸੀ। ਸਾਡੇ ਪਿੰਡ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ। ਸਾਰੇ ਪਿੰਡ ਇੱਕ ਮੁੱਠ ਹੋ ਕੇ ਹਵੋਰ ਫਾਜ਼ਿਲਕਾ 2 ਸ਼ਹਿਰ 108 ਪਿੰਡ, ਜਿਵੇਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਦੱਸਿਆ, 108 ਪਿੰਡ ਅਸੀਂ ਹਰਿਆਣੇ ਤੋਂ ਜਾਣ ਤੋਂ ਬਚਾਏ। ਪਰ ਉਸ ਦੇ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਉਹਨਾਂ ਨੇ ਸਪੈਸ਼ਲ ਡਿਊਟੀ ਕੈਪਟਨ ਅਮਰਿੰਦਰ ਸਿੰਘ ਦੀ ਲਾ ਦਿੱਤੀ ਵੀ ਇਹ ਪਿੰਡ ਵਿੱਚ ਉਸ ਦੀ ਡਿਊਟੀ ਲਾ ਦਿੱਤੀ ਗਈ। ਉਸ ਨੇ ਦਿਨ ਰਾਤ 15 ਦਿਨ ਵਾਂਗੂ ਇਹ ਚੱਲਿਆ ਜੰਗ, ਤੇ ਉਸ ਨੇ ਸਾਨੂੰ ਕਿਹਾ, ਅਸੀਂ ਉਹਨਾਂ ਦੇ ਕਹਿਣ ਤੇ ਫੁੱਲ ਚੜਾਏ ਔਰ ਹਰਿਆਣੇ ਤੋਂ ਜਾਣ ਤੋਂ ਸਾਡਾ ਪਿੰਡ ਔਰ ਹਵੋਰ ਫਾਜ਼ਿਲਕਾ ਹਲਕਾ ਬਚਾਇਆ। ਪਰ ਉਸ ਟਾਈਮ ਤਾਂ ਉਹਨਾਂ ਨੇ ਬਹੁਤ ਹੀ ਸਾਡੇ ਨਾਲ ਵਾਅਦੇ ਕਰੇ ਸੀ ਵੀ ਕੰਦੂ ਖੇੜੇ ਨੂੰ ਮਿੰਨੀ ਚੰਡੀਗੜ੍ਹ ਬਣਾ ਦਿਆਂਗੇ, 25 ਮੁੰਡੇ ਤੁਹਾਨੂੰ ਨੌਕਰੀ ਲਵਾ ਦਿਆਂਗੇ, ਬਹੁਤ ਵੱਡੇ ਵੱਡੇ ਵਾਅਦੇ ਕਰੇ, ਪਰ ਸਾਨੂੰ ਕੋਈ ਬੂਰ ਨਹੀਂ ਪਿਆ। ਮਿਲਿਆ ਕੁਝ ਨਹੀਂ, ਦੱਸਿਆ ਬਹੁਤ ਕੁਝ ਗਿਆ ਵੀ ਇਹ ਦੇਣਾ। ਹਾਂ, ਬਹੁਤ ਕੁਝ ਦੱਸਿਆ। ਸਮੇਂ ਦੀਆਂ ਸਰਕਾਰਾਂ ਆਈਆਂ, ਸਾਡੇ ਹਲਕੇ ਤੋਂ ਸਾਡੇ ਬਜ਼ੁਰਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੀ ਉਸ ਤੋਂ ਬਾਅਦ 3 ਵਾਰ ਮੁੱਖ ਮੰਤਰੀ ਰਹਿ ਚੁੱਕਿਆ ਹੈ। ਉਹ ਇਸ ਹਲਕੇ ਤੇ ਵਿਧਾਨ ਸਭਾ ਹਲਕਾ ਉਹਨਾਂ ਦਾ ਹੈਗਾ, ਇੱਥੋਂ ਮੁੱਖ ਮੰਤਰੀ ਬਣ ਕੇ ਜਾਂਦੇ ਆ। ਉਹਨਾਂ ਨੇ ਵੀ, ਜਿਵੇਂ ਸਾਡੇ ਮੇਰੇ ਮਾਮਾ ਜੀ ਦਰਸ਼ਨ ਸਿੰਘ ਜੀ ਬਜ਼ੁਰਗ, ਉਹਨਾਂ ਨੇ ਉਹ ਵੀ ਨੇੜੇ ਹੋ ਕੇ ਉਹਨਾਂ ਨੂੰ ਕਹਿੰਦੇ ਰਹੇ, ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਆਈ। ਭਾਈ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਪਿੰਡ ਦੇ ਨੌਜਵਾਨਾਂ ਨੇ ਇਹਨਾਂ ਨੇ ਦੱਸਿਆ ਕਿ 25 ਜਣਿਆਂ ਨੂੰ ਕਹਿਤਾ ਸੀ ਸਰਕਾਰ ਨੇ ਉਸ ਵੇਲੇ ਦੀ ਨੇ ਕਿ ਅਸੀਂ ਨੌਕਰੀਆਂ ਦੇਵਾਂਗੇ ਪਹਿਲ ਦੇ ਆਧਾਰ ਤੇ। ਤੁਸੀਂ ਪੰਜਾਬ ਦੇ ਕਈ ਪਿੰਡ ਬਚਾਏ ਆ। ਚੰਡੀਗੜ੍ਹ ਲੈਣ ਦੇ ਚੱਕਰ ਵਿੱਚ ਇਸ ਪਿੰਡ ਦੀ ਜਿਹੜੀ ਇੱਕ ਕੁਰਬਾਨੀ ਹੈ ਉਸ ਨੂੰ ਉਸ ਤਰੀਕੇ ਨਾਲ ਲਿਆ ਜਾਂਦਾ ਜਿਵੇਂ ਲੈਣਾ ਚਾਹੀਦਾ? ਹੈਲੋ, ਹਾਂਜੀ, ਉਸ ਤਰੀਕੇ ਨਾਲ ਲੈਣਾ ਚਾਹੀਦਾ ਸੀ ਪਰ ਨਹੀਂ ਲਿਆ ਗਿਆ। ਸਾਡੇ ਕੰਦੂ ਖੇੜਾ ਨੇ ਬੜੀ ਉਸ ਟਾਈਮ ਪੰਜਾਬ ਦੀ ਸ਼ਾਨ ਰੱਖੀ। ਲੋਕਾਂ ਨੇ ਬਹੁਤ ਥੱਲੋਂ ਜਵਾਕਾਂ ਤੀਕਰ ਸਾਰਿਆਂ ਨੇ ਵਧੀਆ ਸਿਸਟਮ ਕੀਤਾ, ਵਧੀਆ VOTING ਹੋਈ। VOTING ਦੇ ਵਿੱਚ ਬੋਲਿਆ ਗਿਆ, ਸਾਰਾ ਕੁਝ ਕਰਿਆ ਗਿਆ। ਪਿੰਡ ਨੂੰ ਸਾਡੇ ਨੂੰ ਸਾਰੇ ਨੂੰ ਸਿਸਟਮ ਸਹੀ ਸੈੱਟ ਕਰਕੇ, ਠੀਕ ਹੈ ਜੀ। ਤੇ ਪੰਜਾਬੀ ਬੋਲਦਾ ਇਲਾਕਾ, ਸਾਡਾ ਇਲਾਕਾ ਹੀ ਪੰਜਾਬੀ ਬੋਲਦਾ ਸੀ। ਅਸੀਂ ਹੈਗੇ ਹੀ ਪੰਜਾਬੀਆਂ ਤੇ ਰਹਿਣੇ ਵੀ ਪੰਜਾਬ 'ਚ ਚਾਹੀਦੇ ਸੀ। ਜੋ ਸੱਚ ਸੀ ਪਿੰਡ ਨੇ ਉਹ ਕਿਹਾ, ਪਰ ਉਹ ਨਾ ਉਸ ਟਾਈਮ ਨਾ ਉਸ ਤੋਂ ਬਾਅਦ ਕੋਈ ਸਰਕਾਰ ਨੇ ਕਿਸੇ ਨੇ ਕੋਈ ਨਹੀਂ ਉਠਾਇਆ। ਅਸੀਂ ਸਾਰੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਪਿੰਡ ਦੀ ਤਸਵੀਰ ਬੋਲ ਰਹੀ ਹੈ ਮੂੰਹੋਂ ਕੰਦੂ ਖੇੜਾ ਦੀ, ਜਿਸ ਨੇ ਵੱਡੀ ਇੱਕ ਪੰਜਾਬ ਦੀ ਸ਼ਾਨ ਬਚਾਉਣ ਦੀ ਖਾਤਰ ਹਰਿਆਣੇ ਤੋਂ ਪਿੰਡ ਜਾਣ ਤੋਂ ਬਚਾ ਲਏ ਸੀ, ਪਰ ਉਸ ਪਿੰਡ ਨੂੰ ਅੱਜ ਮਿਲਿਆ ਕੀ ਹੈ। ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ। ਦਾ ਸਮਰ ਨਿਊਜ਼ ਦੀ ਗਰਾਊਂਡ ਰਿਪੋਰਟ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਨਾਲ ਪਿੰਡ ਦੇ ਨੰਬਰਦਾਰ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ, ਜਿਵੇਂ ਤੁਹਾਡੇ ਸਾਥੀਆਂ ਨੇ, ਪਿੰਡ ਵਾਲਿਆਂ ਨੇ ਦੱਸਿਆ ਕਿ ਪੰਜਾਬੀ ਬੋਲਦੇ ਇਲਾਕੇ ਅਸੀਂ ਬਚਾ ਲਏ, ਪਰ ਬਚਾਉਣ ਦੇ ਜਿਹੜਾ ਤੁਸੀਂ ਇੱਕ ਕੁਰਬਾਨੀ ਦਿੱਤੀ ਹੈ, ਇੱਕ ਆਪਣਾ ਹਿੱਸਾ ਪਾਇਆ, ਯੋਗਦਾਨ ਪਾਇਆ, ਉਸ ਬਦਲੇ ਪਿੰਡ ਦੇ ਲੋਕਾਂ ਨੂੰ ਕੀ ਕੁਝ ਮਿਲਿਆ? ਉਸ ਬਦਲੇ ਪਿੰਡ ਦੇ ਲੋਕਾਂ ਤੋਂ ਆਈ ਹੈ ਕੁਰਬਾਨੀ ਤਾਂ ਦਿੱਤੀ ਪਿੰਡ ਦੇ ਲੋਕਾਂ ਨੂੰ, ਪਰ ਜਿਹੜਾ ਕੁਰਬਾਨੀ ਦਿੱਤੀ ਸੀਗੀ ਉਹਦਾ ਹੱਕ ਨਹੀਂ ਮਿਲਿਆ ਗਿਆ। ਜਿਹੜਾ ਕੰਮ ਹੋਣਾ ਸੀ ਜੇ ਕੰਦੂਖੜੇ ਵਿੱਚ ਪਿੰਡ, ਉਹਨੂੰ ਰੱਖਿਆ ਨਹੀਂ, ਸਾਰੇ ਤੋਂ ਮਗਰ ਰੱਖਿਆ। ਇੱਕ ਬਾਰਡਰ ਦਾ ਪਿੰਡ ਹੈਗਾ, ਇਹਨੂੰ ਬਹੁਤ ਪਿੱਛੇ ਪਿਛੋਕੜ 'ਚ ਰੱਖਿਆ ਇਹਨੂੰ। ਜਿਹੜਾ ਕੰਮ ਕਰਨਾ ਚਾਹੀਦਾ ਸਰਕਾਰ ਨੇ ਉਹ ਇਸ ਪਿੰਡ 'ਤੇ ਕੀਤਾ ਨਹੀਂ ਹੈਗਾ। ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਵੀ ਝੂਠੇ ਹੋਏ ਸੀਗੇ ਸਰਕਾਰ ਦੇ, ਤੇ ਹੁਣ ਵੀ ਉਹੀ ਚੱਲੀ ਜਾਂਦਾ ਵੀ ਪਿਛੋਕੜ ਹੈ, ਵਿਛੜਿਆ ਹੋਇਆ ਪਿੰਡ ਸਾਡਾ ਤੇ ਪਛੜੇ ਗਿਆ। ਤਾਂ ਇਹਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਪਛੜੇ ਰੱਖਿਆ ਗਿਆ, ਕਿਉਂਕਿ ਇੱਕ ਵਾਰੀ ਫੇਰ ਦੱਸ ਦਈਏ, ਹਲਕਾ ਲੰਬੀ ਪ੍ਰਕਾਸ਼ ਸਿੰਘ ਬਾਦਲ ਜਿੱਥੋਂ MLA ਬਣਦੇ ਨੇ, ਉਸ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚੇ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਵੇਲੇ ਮੋਰਚਾ ਲਾ ਦਿੱਤਾ ਸੀ ਇੱਥੇ, ਔਰ ਸਾਰੀਆਂ ਗੱਲਾਂ ਹੋਈਆਂ, ਪਰ ਪਿੰਡ ਦੇ ਲੋਕ ਕਹਿੰਦੇ ਨੇ ਕਿ ਅਸੀਂ ਜੋ ਯੋਗਦਾਨ ਪਾਇਆ ਉਸ ਦੇ ਬਦਲੇ ਸਾਨੂੰ ਸਹੂਲਤਾਂ ਨਹੀਂ ਮਿਲੀਆਂ। ਇੱਥੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਸੂਬੇ ਦਾ ਬਾਰਡਰ ਵੀ ਲੱਗਦਾ ਨਾਲ ਹੀ, ਔਰ ਇਹ ਅਖੀਰਲਾ ਪਿੰਡ ਹੈ। ਔਰ ਮੇਰੇ ਨਾਲ ਇਸ ਪਿੰਡ ਦੇ ਸੱਜਣ ਮੌਜੂਦ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹਣਾ, ਬਾਈ ਤੁਹਾਡਾ ਕੀ ਨਾਮ ਹੈ? ਜੱਜ ਸਿੰਘ। ਜੀ,
ਤੁਸੀਂ ਇਸ ਪਿੰਡ ਦੇ ਵਿੱਚ, ਮੈਨੂੰ ਤੁਹਾਡੇ ਪਿੰਡ ਦੇ ਲੋਕ ਦੱਸ ਰਹੇ ਸੀ ਕਿ ਉਸ ਵੇਲੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤੁਸੀਂ ਕਬੱਡੀ ਦੇ ਖਿਡਾਰੀ ਸੀ ਔਰ ਆਪਣੀ ਟੀਮ ਦਾ ਹਿੱਸਾ ਬਣੇ ਹੋਏ ਸੀ ਉਸ ਦਿਨ। ਕੀ ਹੋਇਆ ਸੀ ਉਸ ਦਿਨ? ਇੱਥੇ ਹੋਇਆ ਬਹੁਤ ਕੁਛ ਆ ਜੀ। ਵਾਅਦੇ ਕੀਤੇ ਗਏ, ਤੁਹਾਡੇ ਬੱਚੇ ਲਵਾ ਦੇਾਂਗੇ ਅਸੀਂ, ਤੁਸੀਂ ਪੰਜਾਬੀ ਬੋਲੋ। ਅਸੀਂ ਤਾਂ ਪੰਜਾਬੀ ਬੋਲਦੇ ਸੀ, ਪੰਜਾਬੀ ਬੋਲਣੀ ਸੀ, ਜੋ ਕਿ ਪੁਲਿਸ ਵਿਚਾਰੀ ਭੁੱਖੀ ਮਰਦੀ ਸੀ ਉਸ ਵਕਤ। ਜਿੰਨੇ ਕੁ ਜੋਗੇ ਅਸੀਂ ਲੰਗਰ ਬਾਹਰੋਂ ਵੀ ਲਿਆਉਂਦੇ, ਪਿੰਡ 'ਚੋਂ ਵੀ ਪਕਾਉਂਦੇ, ਉਹਨਾਂ ਦੀ ਸੇਵਾ ਕਰਦੇ, ਕਿਉਂਕਿ ਉਹ ਸਾਡੇ ਰਖਵਾਲੇ ਸੀ। ਉਹਨਾਂ ਨੇ, ਪੁਲਿਸ ਨੇ ਵੀ ਬਹੁਤ ਜ਼ਿਆਦਾ ਕੁਰਬਾਨੀ ਦਿੱਤੀ ਆ। ਸਾਡਾ ਪਿੰਡ ਜਿਹੜਾ ਅਸੀਂ ਰਲ ਮਿਲ ਕੇ ਬਚਾਇਆ। ਪਰ ਜਿਹੜੇ ਸਾਡੇ ਨਾਲ ਲੀਡਰਸ਼ਿਪ ਨੇ ਵਾਅਦੇ ਕੀਤੇ, ਉਹਨਾਂ ਦੇ ਵਿੱਚੋਂ ਇੱਕ ਵੀ ਆਣ ਕੇ ਕਹਿ ਦਿਨ ਪੂਰਾ ਹੋਇਆ ਨਹੀਂ ਹੋਇਆ। ਤੁਸੀਂ ਚਾਹੁੰਦੇ ਕੀ ਹੋ? ਵਾਅਦਾ ਪੂਰਾ ਕੀ ਹੋਣਾ ਚਾਹੀਦਾ? ਸਾਡੇ ਬੱਚੇ ਜਿਹੜੇ ਇਹਨਾਂ ਨੇ 25 ਕਹੇ ਸੀ, ਬੱਚੇ ਅਸੀਂ ਹੁੰਦੇ ਸਾਦੋਂ, ਸਾਨੂੰ ਨਹੀਂ ਰੱਖਿਆ ਗਿਆ। ਹੁਣ ਸਾਡੇ ਬੱਚਿਆਂ ਨੂੰ ਲਵਾ ਦੇਣ ਕਿਤੇ। ਅਸੀਂ ਅੱਜ ਵੀ ਸ਼ੁਕਰਗੁਜ਼ਾਰ ਆ ਉਹਨਾਂ ਦੇ। ਅੱਜ ਇਹ ਜ਼ਿੰਮੇਵਾਰੀ ਲੈ ਲੈਣ, ਜੇ ਕੁਰਬਾਨੀ ਦਿੱਤੀ ਕੋਈ ਅੱਜ ਆਇਆ ਤਾਂ ਨਹੀਂ ਚਲੀ ਗਈ। ਕੁਰਬਾਨੀ ਅੱਜ ਵੀ ਉਨੀ ਆ। ਅਗਰ ਜੇ ਅਸੀਂ ਚਾਹੁੰਦੇ ਨਾ ਹਰਿਆਣੇ 'ਚ ਜਾਣਾ ਚਾਹੁੰਦੇ, ਸਾਨੂੰ ਸਭ ਕੁਝ ਮਿਲਦਾ ਸੀ। ਸਾਡੇ ਬੱਚੇ ਵੀ ਲੱਗਦੇ ਸੀ, ਸਾਨੂੰ ਰੁਪਈਆ ਬਹੁਤ ਵਿਖਾਇਆ ਗਿਆ ਸੀ। ਇਹਨਾਂ ਦੇ ਡੈਡੀ ਦੀ ਜਿੰਨੀ ਕੁਰਬਾਨੀ ਨੰਬਰਦਾਰ ਦੀ ਚੱਕ ਕੇ ਹੀ ਲੈ ਗਏ ਸੀ ਹਰਿਆਣੇ 'ਚ। ਤੇ ਬਹੁਤ ਲਾਲਚ ਦਿੱਤੇ, ਪਰ ਉਹਨੇ ਕਿ ਮੈਂ ਪਿੰਡ ਨਾਲ ਗਦਾਰੀ ਨਹੀਂ ਕਰਨੀ, ਮੈਂ ਇਸੇ ਪਿੰਡ ਦਾ ਵਸਨੀਕ ਆ, ਜੰਮਿਆ ਪਲਿਆ, ਮੈਂ ਇਸੇ ਪਿੰਡ ਦੇ ਕੁਰਬਾਨੀ ਦੇਵਾਂਗਾ। ਤੇ ਉਹਨੇ ਦਿੱਤੀ ਵੀ ਹੈ ਜੀ, ਸਾਡੇ ਤੋਂ ਵੱਧ ਕੇ। ਤਾਂ ਤੁਸੀਂ ਦੇਖ ਰਹੇ ਹੋ, ਇਹਨਾਂ ਲੋਕਾਂ ਦੀ ਜ਼ੁਬਾਨੀ ਸੁਣ ਰਹੇ ਆ ਕਿ ਜਿਹੜੇ ਲੋਕਾਂ ਨੇ ਕੁਰਬਾਨੀ ਦਿੱਤੀ, ਯੋਗਦਾਨ ਪਾਇਆ, ਉਹਨਾਂ ਨੂੰ ਮਿਲਿਆ ਕੀ? ਇਹਨਾਂ ਦਾ ਇੱਕ ਜਿਹੜਾ ਸ਼ਿਕਵਾ ਹੈ, ਇੱਕ ਗਿਲਾ ਹੈ ਸਰਕਾਰ ਤੋਂ ਕਿ ਸਾਡੇ ਬੱਚਿਆਂ ਨੂੰ ਵੀ ਹੁਣ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਸਰਕਾਰੀ ਮੁਲਾਜ਼ਮ ਬਹੁਤ ਘੱਟ ਨੇ ਇਸ ਪਿੰਡ ਦੇ ਅੰਦਰ। ਔਰ ਅਸੀਂ ਸਕੂਲ ਦੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ। ਬਾਪੂ ਜੀ, ਤੁਹਾਡਾ ਕੀ ਨਾਮ ਹੈ? ਗੁਰਦਿਆਲ ਸਿੰਘ ਜੀ। ਗੁਰਦਿਆਲ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਵੇਂ ਸਾਰੇ ਦੱਸ ਰਹੇ ਨੇ ਕਿ ਉਸ ਵੇਲੇ ਇਹ ਹੋਇਆ, ਤੁਸੀਂ ਕਿਸੇ ਸਿਆਸਤਦਾਨ ਨੂੰ ਮਿਲੇ ਹੋ, ਉਹਨਾਂ ਨੂੰ ਕੋਈ ਗੱਲ ਸਲਾਹ ਦਿੱਤੀ ਹੈ ਕਿ ਸਾਡੇ ਵਾਸਤੇ ਆ ਕਰੋ? ਨਹੀਂ, ਸਾਡੇ ਤਾਂ ਗਿਆਨੀ ਜੀ ਹੈਗੇ ਸੀ ਸਾਰੇ ਮੁੱਖ ਬੰਦੇ, ਇਹ ਹੀ ਰੱਖਦੇ ਰਹੇ ਮੰਗ ਪੱਤਰ ਬਾਦਲ ਵਾਲਿਆਂ ਅੱਗੇ, ਸਾਰਿਆਂ ਅੱਗੇ। ਤੇ ਉਹ ਕਿਉਂ ਬੰਦਾ ਆਪਾਂ ਪਿੰਡ 'ਚ ਇੱਕ ਨੂੰ ਹੀ ਲਾਉਣੇ ਅੱਗੇ ਵੀ ਤੂੰ ਗੱਲਬਾਤ ਕਰਨੀ ਆ, ਇਹ ਹੀ ਕਰਦੇ ਰਹੇ ਆ, ਪਰ ਸਾਡੇ ਕਿਸੇ ਨੇ ਸਾਰ ਨਹੀਂ ਲਈ। ਬਾਰਡਰ ਤੇ ਪਿੰਡ ਹੋਣ ਕਰਕੇ ਕਿਸੇ ਚੀਜ਼ ਦੀ ਮਾਰ ਵੀ ਝੱਲਣੀ ਪੈਂਦੀ ਹੈ ਤੁਹਾਨੂੰ, ਕਿਉਂਕਿ ਰਾਜਸਥਾਨ ਦਾ ਬਾਰਡਰ ਵੀ ਲੱਗਦਾ ਹੈ, ਹਰਿਆਣੇ ਦਾ ਵੀ ਲੱਗਦਾ। ਮਾਰ ਹੋਰ ਸਾਨੂੰ ਕੋਈ ਨਹੀਂ, ਇੱਥੇ ਸਾਨੂੰ ਜ਼ਿਆਦਾ ਦੂਰ ਪਾਣੀ ਦੀ ਮਾਰ ਹੈ। ਇੱਕ ਤਾਂ ਸਾਡਾ ਵਾਟਰ ਬਾਕਸ ਨਹੀਂ ਚੱਲਦਾ, ਇੱਕ ਆ ਨਿਕਾਸ ਵੇਖ ਲਓ, ਇੱਧਰ ਹਾਲ ਸਾਡਾ ਨਿਕਾਸ ਵਾਲਾ ਵੀ ਇੱਥੋਂ ਸਰਕਾਰਾਂ ਰਹੀਆਂ, ਮੁੱਖ ਮੰਤਰੀ ਵੀ ਰਿਹਾ ਇੱਥੋਂ ਇਲਾਕੇ ਦਾ, ਪਰ ਸਾਡੀ ਕੋਈ ਸੁਣਾ ਨਹੀਂ, ਕਿਸੇ ਵੀ ਨਹੀਂ ਕੀਤੀ। ਤੁਹਾਡੇ ਸਾਥੀ ਨੇ ਕਿਹਾ ਜੀ ਇਹ ਗੱਲ ਨਾਲ ਸਹਿਮਤ ਹੋ? ਸਰਕਾਰ ਸੁਣਦੀ ਨਹੀਂ? ਨਹੀਂ ਸੁਣਦੀ ਜੀ। ਤੁਹਾਡੀ ਮੰਗ ਕੀ ਹੈ ਵੀ ਸਾਨੂੰ ਆਹ ਮਿਲ ਜੇ ਅਸੀਂ ਖੁਸ਼? ਸਾਡੀਆਂ ਤਾਂ ਮੰਗਾਂ ਤਾਂ ਬਹੁਤ ਨੇ, ਪਰ ਮੰਗਾਂ ਨੂੰ ਕਰੀਏ ਜਿਹੜੇ ਵਾਅਦੇ ਕੀਤੇ ਉਹ ਹੀ ਨਹੀਂ ਪੂਰੇ ਕਰਦੇ ਪਏ। ਅਗਰ ਸਾਨੂੰ ਕੀ ਦੇਣਗੇ ਕਿ ਅਸੀਂ ਇਹਨਾਂ ਸਰਕਾਰਾਂ ਤੋਂ ਕੁਛ ਉਮੀਦ ਰੱਖਦੇ ਹਾਂ? ਜਦੋਂ ਅੜਿਆ ਮੌਕਾ ਹੀ ਉਹ ਵੇਲੇ ਤਾਂ ਪਿੰਡ ਵਾਲੇ ਅੱਗੇ ਹੋ ਜਾਣ ਲੜਨ ਨੂੰ, ਹੋਰ ਕੰਮਾਂ ਨੂੰ। ਤੇ ਜਦੋਂ ਕੋਈ ਦੇਣਾ ਸੀ ਪਿੰਡ ਨੂੰ, ਕੋਈ ਉਦੋਂ ਪਤਾ ਨਹੀਂ ਕਿੱਥੇ ਨੇ। ਇਹ ਕਹਿੰਦੇ ਕਿ ਅਸੀਂ ਨਵੀਂ ਮੰਗ ਕੀ ਕਰੀਏ, ਜਿਹੜੀ ਉਹਨਾਂ ਨੇ ਮੂੰਹੋਂ ਕਹੀ ਸੀ ਉਹ ਵੀ ਨਹੀਂ ਪੁਗਾਈ ਗਈ। ਸਾਡੇ ਨਾਲ ਇਸ ਪਿੰਡ ਦੇ ਲੋਕ ਨੇ, ਸੱਜਣ ਖੜੇ ਨੇ। ਮੈਂ ਇੱਕ ਵਾਰੀ ਫੇਰ ਸਰਪੰਚ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਵੇਂ ਸਾਰਿਆਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਰਿਆਂ ਨੂੰ ਗਲਾ ਹੈ, ਇੱਕ ਸ਼ਿਕਵਾ ਹੈ ਸਰਕਾਰ ਤੋਂ ਕਿ ਸਾਨੂੰ ਜੋ ਮਿਲਣਾ ਚਾਹੀਦਾ ਮਿਲਿਆ ਨਹੀਂ। ਪਿੰਡ ਦੇ ਪੰਚਾਇਤ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ, ਤੁਹਾਨੂੰ ਕੀ ਰੁਕਾਵਟ ਹੈ? ਕਿਉਂਕਿ ਪਿੰਡ ਦੇ ਮੁਖੀ ਕੋਲ ਪਾਵਰਾਂ ਹੁੰਦੀਆਂ ਪਿੰਡ ਦਾ ਵਿਕਾਸ ਕਰਾਉਣ ਲਈ। ਜੋ ਦੂਜੇ ਪਿੰਡਾਂ ਨੂੰ ਮਿਲਦਾ ਹੈ ਉਹੀ ਮੈਨੂੰ ਮਿਲਦਾ ਹੈ। ਵੀ ਮੈਨੂੰ ਕੋਈ, ਜਿਵੇਂ ਸਾਡੇ ਨੰਬਰਦਾਰ ਸਾਹਿਬ ਨੇ ਦੱਸਿਆ, ਬਾਰਡਰ ਤੇ ਪਿੰਡ ਆ ਗਿਆ, ਪਛੜਿਆ ਪਿੰਡ ਹੈ, ਲਾਸਟ ਪਿੰਡ ਹੈ। ਉਸ ਹਿਸਾਬ ਨਾਲ ਸਾਡਾ ਵੈਸੇ ਹੀ ਪਹਿਲੋਂ ਪਿੰਡ ਬਹੁਤ ਪਛੜਿਆ ਸੀ। ਕੋਈ ਨਾ ਤਾਂ ਕਾਂਗਰਸ ਸਰਕਾਰ ਨੇ, ਨਾ ਅਕਾਲੀ ਦਲ ਦੀ ਸਰਕਾਰ ਨੇ, ਸਾਡੇ ਹਲਕੇ ਦੇ ਸੀਐਮ ਸਾਹਿਬ ਰਹਿ ਗਏ ਬਾਦਲ ਸਾਹਿਬ, ਕੋਈ ਸਾਨੂੰ ਵਿਸ਼ੇਸ਼ ਨਹੀਂ ਦਿੱਤਾ ਵੀ ਆਹ ਭਾਈ ਕੰਦੂ ਖੇੜੇ ਦੀ ਕੁਰਬਾਨੀ ਦਾ ਮੁੱਲ ਮੋੜ ਦਈਏ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜਦੋਂ ਪ੍ਰਧਾਨ ਸੀਗੇ, ਮੈਂ ਉਹਨਾਂ ਨੂੰ ਮਿਲਦਾ ਰਿਹਾ ਮੁੱਖ ਮੰਤਰੀ ਬਣਨ ਤੋਂ ਪਹਿਲੋਂ, ਆਮ ਹੀ ਮਿਲ ਜਾਂਦਾ ਹੁੰਦਾ ਸੀ। ਉਹਨਾਂ ਮੇਰੇ ਨਾਲ ਬਾਅਦ 'ਚ ਵੀ ਵਾਅਦੇ ਕਰੇ ਸੀ ਵੀ ਜਦੋਂ ਮੈਂ ਸੀਐਮ ਬਣ ਗਿਆ, ਕੰਦੂ ਖੇੜੇ ਨੂੰ ਪਹਿਲ ਦੇ ਆਧਾਰ ਤੇ ਮੈਂ ਕੰਦੂ ਖੇੜੇ ਦੇ ਕੰਮ ਕਰਾਂਗਾ। ਕੰਦੂ ਖੇੜਾ ਮੇਰੇ ਇੱਥੇ ਹੈ, ਮੈਂ ਕੰਦੂ ਖੇੜੇ ਤੋਂ ਕੰਮ ਵਿਕਾਸ ਸਟਾਰਟ ਕਰੂੰਗਾ। ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰੀ, ਅੱਗੋਂ ਜਿਹੜੇ ਉਹਨਾਂ ਦੇ OSD ਹੈ ਜਾਂ ਕੋਈ ਉਹਨਾਂ ਤੱਕ ਮੇਰੀ ਪਹੁੰਚ ਸੀ, ਉਹਨਾਂ ਨੇ ਮੈਨੂੰ ਉਹਨਾਂ ਨੂੰ ਤੱਕ ਮਿਲਣ ਦਾ ਟਾਈਮ ਨਹੀਂ ਦਵਾਇਆ। ਜੇ ਮਿਲਦਾ ਟਾਈਮ ਦਵਾ ਦਿੰਦੇ, ਸ਼ਾਇਦ ਉਸ ਦੇ ਦਿਮਾਗ 'ਚ ਮੈਂ ਗੱਲ ਬਹਾ ਦਿੰਦਾ। ਸਾਡੇ ਪਿੰਡ ਦਾ ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਭੁੱਲ ਗਏ ਸੀ? ਮੈਨੂੰ ਤਾਂ ਸ਼ਾਇਦ ਭੁੱਲ ਗਏ ਲੱਗਦਾ ਜੀ। ਜਦੋਂ ਉਹਨਾਂ ਨੇ ਇੱਕ ਪਹਿਲੋਂ ਮੇਰੇ ਨਾਲ ਵਾਅਦਾ ਕਰਿਆ ਸੀ, ਉਸ ਤੋਂ ਬਾਅਦ ਕੰਦੂ ਖੇੜੇ ਦਾ ਜ਼ਿਕਰ ਵਿਧਾਨ ਸਭਾ 'ਚ ਕਰਿਆ, ਉਸ ਤੋਂ ਬਾਅਦ ਇੱਕ ਲੈਟਰ ਕੱਢਿਆ। ਮੈਂ ਸਰਪੰਚ ਅਜੇ ਬਣਿਆ ਨਹੀਂ ਸੀ, ਸਰਕਾਰ ਬਣਦਿਆਂ ਇੱਕ ਲੈਟਰ ਵੀ ਕੱਢਿਆ, ਕੰਦੂ ਖੇੜੇ ਦਾ ਜੋ ਵਿਕਾਸ ਹੈਗਾ ਉਹ ਜਿਹੜਾ ਰਹਿੰਦਾ ਉਹ ਪੂਰਾ ਕਰੋ। ਜਿਹੜਾ ਹੋਇਆ ਉਹਦਾ ਲੈਟਰ ਡੀ ਸਾਹਿਬ ਨੂੰ ਸਿੱਧਾ ਕੱਢਿਆ। ਡੀ ਸਾਹਿਬ ਨੇ ਮੇਰੇ ਤੱਕ ਪਹੁੰਚ ਕਰੀ,
ਉਹ ਲੈਟਰ ਮੈਂ ਚੱਕੀ ਫਿਰਦਾ, ਪਰ ਉਸ ਤੋਂ ਬਾਅਦ ਕੋਈ ਨਹੀਂ, ਉਹ ਉੱਥੇ ਦੀ ਉੱਥੇ। ਬਾਪੂ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਣਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸੁਣਨ ਚ ਆਇਆ ਕਿ ਪਿੰਡ ਵਾਲੇ ਕਹਿੰਦੇ ਕਿ ਸਾਡੇ ਬਾਪੂ ਹੋਰਾਂ ਨੇ ਗੱਲ ਬਹੁਤ ਕੀਤੀ ਹੈ, ਉਹਨਾਂ ਨਾਲ ਗੱਲਾਂ ਕੀ ਹੋਈਆਂ, ਜਵਾਬ ਕੀ ਮਿਲਦਾ? ਮੈਂ ਨਾ ਉਹ ਲਿਖ ਕੇ ਮੈਂ ਰੱਖਿਆ, ਤੁਹਾਨੂੰ ਵਿਖਾ ਦਿੰਦੇ ਆ, ਜਿਹੜੀ ਮੈਂ ਉਹਨੂੰ ਦਿੱਤਾ ਲਿਖ ਕੇ, ਤੇ ਪੁੱਛਣਾ ਤੇ ਪੁੱਛ ਵੀ ਲਓ। ਹਾਂਜੀ। ਮੈਂ ਇਹ ਕਹਿੰਦਾ ਸਾਂ ਵੀ ਤੁਸੀਂ ਕਬੱਡੀ ਖੇਡਣ ਵਾਲਿਆਂ ਨੂੰ ਕਰੋੜਾਂ ਰੁਪਏ ਦੇ ਦਿੱਤੇ, ਵੱਡੀਆਂ ਵੱਡੀਆਂ ਨੌਕਰੀਆਂ ਦੇ ਦਿੱਤੀਆਂ, ਕੰਦੂ ਖੇੜੇ ਦੇ ਵੀ ਕੋਈ ਨਿਸ਼ਾਨੀ ਲਾ ਦਿਓ ਵੀ ਆ ਇਹਨਾਂ ਦੀ ਕੁਰਬਾਨੀ ਦੀ ਨਿਸ਼ਾਨੀ ਆ। ਮੈਂ ਰਹਿ ਕੇ ਆਖਿਆ ਵੀ ਤੁਸੀਂ ਯਾਦਗਾਰੀ ਗੇਟ ਹੀ ਬਣਾ ਦਿਓ ਇੱਥੇ, ਤੇ ਤੁਸੀਂ ਲਿਖਣਾ ਤਾਂ ਆਪਣਾ ਕੁਛ ਹੀ ਆ, ਕਿਉਂ ਸਰਕਾਰ ਤੁਹਾਡੀ ਹੈ, ਤੁਹਾਡੀ ਕਾਮਯਾਬੀ ਹੈ, ਪਰ ਉਹ ਨਹੀਂ ਮੰਨੇ, ਮੈਂ ਕਰ ਨਹੀਂ ਸਕਦਾ। ਇਹ ਮੁੱਖ ਮੰਤਰੀ ਸਾਹਿਬ ਦਾ ਅੱਗੋਂ ਜਵਾਬ ਸੀ, ਬੜਾ ਜ਼ੋਰ ਲਾਇਆ, ਨਹੀਂ ਮੰਨਿਆ। ਭਾਈ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਂ ਰਜਿੰਦਰ ਕੁਮਾਰ। ਤੁਸੀਂ ਸ਼ੁਰੂ ਤੋਂ ਇਸੇ ਪਿੰਡ ਦੇ ਰਹਿਣਾ? ਇੱਥੇ ਤੁਹਾਨੂੰ ਤਾਂ ਨਹੀਂ ਪਛਤਾਵਾ ਹੋ ਰਿਹਾ ਕਿ ਇਹਦੇ ਨਾਲੋਂ ਚੰਗਾ ਸੀ ਹਰਿਆਣੇ ਵਾਲੇ ਪਾਸੇ ਚਲੇ ਜਾਂਦੇ ਤਾਂ ਠੀਕ ਸੀ, ਪੰਜਾਬ 'ਚ ਸਹੂਲਤ ਨਹੀਂ? ਠੀਕ ਹੈ ਜੀ, ਇੱਥੇ ਹੀ ਵਧੀਆ ਸੀਗਾ ਪੰਜਾਬ 'ਚ। ਹਾਂ, ਪਰ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਕਿ ਕੰਦੂ ਖੇੜੇ ਨੇ, ਜਿਵੇਂ VOTING ਹੋਈ ਉਹਨਾਂ ਦਿਨਾਂ ਦੇ ਵਿੱਚ, 17 ਜਨਵਰੀ ਦਾ ਦਿਨ ਸੀ 1900, ਉਹ ਮੁੱਲ ਨਹੀਂ ਪਿਆ ਜੀ, ਉਸ ਚੀਜ਼ ਦਾ ਕਿਸੇ ਚੀਜ਼ ਦਾ ਮੁੱਲ ਨਹੀਂ ਪਿਆ, ਬਸ ਇੱਕ ਨਾਂ ਦਾ ਹੀ ਕੰਦੂ ਖੇੜਾ ਰਹਿ ਗਿਆ, ਜੋ ਦੁੱਖ ਅਸੀਂ ਵੇਖੇ ਕਿਸੇ ਨੇ ਨਹੀਂ ਵੇਖੇ। ਹਰੇਕ ਦੇ ਘਰੇ 8-8 10-10 ਪੁਲਿਸ ਵਾਲੇ ਬੈਠੇ ਸੀਗੇ, ਨਾ ਕਿਸੇ ਰਿਸ਼ਤੇਦਾਰ ਨੂੰ ਆਉਣ ਦਿੰਦੇ ਸੀ, ਨਾ ਕਿਸੇ ਨੂੰ ਜਾਣ ਦਿੰਦੇ ਸੀਗੇ, ਬਸ ਸਾਰੇ ਪਾਸੇ ਪੁਲਿਸ ਹੀ ਪੁਲਿਸ ਸੀਗੀ। ਬਾਪੂ ਜੀ, ਤੁਹਾਡੇ ਜ਼ੁਬਾਨੀ ਸੁਣਨਾ ਚਾਹੁੰਦੇ ਆ, ਉਸ ਵੇਲੇ ਫਿਰ ਜਿਹੜਾ ਮਾਹੌਲ ਦਿਨ ਦਾ ਕਿਵੇਂ ਦਾ ਬਣ ਗਿਆ ਸੀ? ਜਿਵੇਂ ਸਾਰੇ ਦੱਸਦੇ ਨਾ ਆਉਣ ਦਿੱਤਾ ਜਾਂਦਾ ਸੀ, ਨਾ ਜਾਣ। ਐਮਰਜੈਂਸੀ, ਜਿਹਨੂੰ ਐਮਰਜੈਂਸੀ ਕਹਿੰਦੇ ਹੋ, ਉਹ ਸੀ। ਵੀ ਨਾ ਕੋਈ ਬਾਹਰੋਂ ਆਵੇ ਤੇ ਨਾ ਕੋਈ ਜਿਹੜਾ ਆ ਗਿਆ ਉਹ ਜਾ ਨਹੀਂ ਸਕਦਾ। ਸਾਡੇ ਕਈ ਰਿਸ਼ਤੇਦਾਰ 10 ਦਿਨ ਇੱਥੇ ਬੈਠੇ ਰਹੇ, ਨਹੀਂ ਜਾ ਸਕੇ, ਪਹਿਲਾਂ ਆਏ ਸੀ। ਤਾਂ ਉਦੋਂ ਦੇ ਮੁੱਖ ਮੰਤਰੀ ਸੀ ਜਿਹੜੇ ਤਤਕਾਲੀ ਸਰਜੀਤ ਸਿੰਘ ਬਰਨਾਲਾ, ਉਹ ਕਹਿੰਦੇ ਇਸਤੀਫਾ ਦੇ ਦਿੰਦੇ ਸਾਰਾ ਮਸਲਾ ਹੱਲ ਹੋ ਜਾਣਾ ਸੀ। ਤੁਹਾਨੂੰ ਠੀਕ ਲੱਗਦਾ ਉਦੋਂ ਦਾ? ਅਸਤੀਫਾ ਤਾਂ ਉਹਨਾਂ ਉਦੋਂ ਨਹੀਂ ਦਿੱਤਾ ਜਦ ਚੰਡੀਗੜ੍ਹ ਦਾ ਫੈਸਲਾ ਹੋਣਾ ਸੀ, ਤਿਆਰ ਹੋਏ ਬੈਠੇ ਜਸ਼ਨ ਮਨਾਉਣ ਵਾਸਤੇ, ਤੇ ਉਤੋਂ ਜਵਾਬ ਦਿੱਲੀ ਤੋਂ ਆ ਗਿਆ, ਤੇ ਉਹਨਾਂ ਚੰਡੀਗੜ੍ਹ ਤਾਂ ਵੀ ਆਪਣੀ ਮਿਨਿਸਟਰੀ ਤਾਂ ਵੀ ਨਹੀਂ ਛੱਡੀ। ਇਹਨੂੰ ਵੱਡੀ ਤੋਹੀਨ ਕਿਸੇ ਮੁੱਖ ਮੰਤਰੀ ਦੀ ਹੋ ਸਕਦੀ ਹੈ ਵੀ ਜਸ਼ਨਾਂ ਵਾਸਤੇ ਸਭ ਕੁਝ ਬਣਾਇਆ ਹੋਵੇ, ਅੱਜ ਐਲਾਨ ਕਰ ਦੇਣਾ ਆਪਣੇ ਨੇ ਪ੍ਰਧਾਨ ਮੰਤਰੀ ਨੇ, ਤੇ ਅੱਗੋਂ ਜਵਾਬ ਆ ਜਾਂਦਾ ਤੇ ਉਹਦਾ ਕੰਮ ਕੈਂਸਲ ਹੋ ਜਾਂਦਾ, ਤੇ ਫਿਰ ਇਹਨੂੰ ਅਸਤੀਫਾ ਤਾਂ ਦੇਣਾ ਚਾਹੀਦਾ ਨੇ, ਨਹੀਂ ਦਿੱਤਾ। ਇਹ ਕਿਉਂ ਦੇਣ? ਇਹਨਾਂ ਨੂੰ ਸਲੂਟ ਵੱਜਦੇ ਆ, ਬੰਦ ਸੋਹਣੀਆਂ ਗੱਡੀਆਂ ਮਿਲਦੀਆਂ, ਸਟਾਫ ਮਗਰ ਅੱਗੇ ਪਿੱਛੇ ਫਿਰਦੇ ਆ। ਮੈਂ ਤਾਂ ਇਹ ਜਾਣਨਾ, ਮੈਂ ਧਾਰਮਿਕ ਜੀ ਬਹੁਤੀ ਰੱਖਦਾ, ਮੈਂ ਇਹ ਜਾਣਦਾ ਵੀ ਜਿਹੜੇ ਸਿਆਸੀ ਲੋਕ ਹੈ ਨਾ, ਇਹ 100 ਹਿੱਸੇ ਝੂਠ ਮਾਰਦੇ ਤੇ ਇੱਕ ਅੱਧਾ ਹਿੱਸਾ ਜਿਹੜਾ ਉਹ ਸੱਚ ਬੋਲਦੇ, ਸਭ ਝੂਠ ਹੀ ਝੂਠ ਹੈ ਇਹਨਾਂ ਕੋਲ। ਬਸ ਅਖੀਰਲੀ ਗੱਲ ਹੈ। ਤੁਹਾਨੂੰ ਕੀ ਲੱਗਦਾ ਸੱਚੇ ਬੰਦੇ ਆਉਂਦੇ ਕਿਉਂ ਨਹੀਂ ਅੰਦਰ ਸਿਆਸਤ 'ਚ? ਸੱਚੇ ਬੰਦੇ ਉਹਨਾਂ ਤੋਂ ਇਹ ਝੂਠ, ਉਹਨਾਂ ਨੂੰ ਝੂਠ ਪਚਦਾ ਨਹੀਂ, ਹਰਾਮ ਦੇ ਬੰਦੇ ਨੂੰ ਹਰਾਮ ਪਚਦਾ, ਦੂਜੇ ਨੂੰ ਨਹੀਂ ਪਚਦਾ। ਤੁਸੀਂ ਕੀ ਕਹਿਣਾ ਚਾਹੋਗੇ? ਬਾਪੂ ਜੀ ਬੜੀਆਂ ਸਿਆਣੀਆਂ ਗੱਲਾਂ ਕਰ ਰਹੇ ਆ ਕਿ ਸਿਆਸਤ ਵਿੱਚ ਇਹ ਬਹੁਤ ਕੁਝ ਚੱਲਦਾ, ਝੂਠ ਦਾ ਬੋਲਬਾਲਾ। ਜਿਵੇਂ ਤੁਸੀਂ ਕਿਹਾ ਸੱਚੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ, ਸਾਡੇ ਸਰਦਾਰ ਮਹੇਸ਼ਿੰਦਰ ਬਾਦਲ ਜੀ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਲੜੇ, 8000 ਸੀਐਮ ਹੁੰਦਿਆਂ ਉਸ ਟਾਈਮ ਤੀਜੀ ਵਾਰ 3 ਵਾਰਾਂ ਸੀਐਮ ਰਹਿ ਚੁੱਕੇ ਸੀ, 2 ਵਾਰਾਂ ਰਹਿ ਚੁੱਕੇ, ਤੀਜੀ ਵਾਰ ਬਣ ਰਿਹਾ ਸੀ ਬਾਦਸ਼ਾਹ, 8000 ਦੇ ਫਰਕ ਨਾਲ ਰਹਿ ਗਏ। ਉਹ ਸੱਚੇ ਸੁੱਚੇ ਦਰਵੇਸ਼ ਸਿਆਸਤਦਾਨ ਆ, ਜੇ ਕਿਤੇ ਉਹ ਇੱਕ ਵਾਰ ਐਮਐਲਏ ਬਣ ਜਾਂਦੇ, ਹੋ ਸਕਦਾ ਸਾਡੇ ਹਲਕੇ ਦਾ ਭਲਾ ਹੋ ਜਾਂਦਾ। ਮਾਮਾ ਜੀ ਦੀ ਗੱਲ ਬਿਲਕੁਲ ਸਹੀ, ਸੱਚੇ ਸੁੱਚੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ, ਬਿਲਕੁਲ ਉਹ ਸੱਚਾ ਸੁੱਚਾ ਦਰਵੇਸ਼ ਸਿਆਸਤਦਾਨ ਨੇ। ਤਾਂ ਅਸੀਂ ਕੰਦੂ ਖੇੜਾ ਦੇ ਅੰਦਰ ਖੜ ਕੇ ਇਹਨਾਂ ਲੋਕਾਂ ਨਾਲ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਚੰਡੀਗੜ੍ਹ ਦੇ ਬਦਲੇ ਕਿਹਾ ਗਿਆ ਸੀ ਕਿ ਹਰਿਆਣੇ ਦੇ ਵੱਲੋਂ, ਹਰਿਆਣੇ ਦੀ ਕਾਂਗਰਸ ਲੀਡਰਸ਼ਿਪ ਨੇ ਇਹ ਸਵਾਲ ਖੜਾ ਕਰ ਦਿੱਤਾ ਕੇਂਦਰ ਦੇ ਅੱਗੇ, ਦਿੱਲੀ ਦਰਬਾਰ ਦੇ ਅੱਗੇ, ਕਿ ਜੇਕਰ ਤੁਹਾਨੂੰ ਚੰਡੀਗੜ੍ਹ ਚਾਹੀਦਾ ਤੇ ਪਿੰਡ ਸਾਨੂੰ ਦੇ ਦਿਓ। ਪਰ ਇਹ ਪਿੰਡ ਅੜਿਆ ਸੀ ਫਾਨੇ ਵਾਂਗ ਕਿ ਅਸੀਂ ਇਹ ਪਿੰਡ ਨਹੀਂ ਜਾਣ ਦੇਣੇ ਕਿਉਂਕਿ ਨਬੇੜਾ ਇੱਥੇ ਹੋਇਆ ਸੀ। ਇਸ ਕਰਕੇ ਲੋਕਾਂ ਦੀ ਜ਼ੁਬਾਨ ਤੇ ਉਸ ਵੇਲੇ ਨਾਰਾ ਚੜਿਆ ਸੀ, ਕੰਦੂ ਖੇੜਾ ਕਰੂ ਨਬੇੜਾ। ਇੱਥੋਂ ਦੇ ਹੋਰ ਵੀ ਪਤਵੰਤੇ ਸੱਜਣ ਖੜੇ ਨੇ ਜਿਹੜੇ ਚਸ਼ਮਦੀਦ ਗਵਾਹ ਵੀ ਨੇ ਉਸ ਵੇਲੇ ਹੋਇਆ ਕੀ, ਉਸ ਵੇਲੇ ਕੀ ਸੇਵਾ ਨਿਭਾਈ ਸੀ ਔਰ ਅੱਜ ਕੀ ਦੇਖਦੇ ਹੋ, ਬਦਲਿਆ ਕੀ ਹੈ? ਉਸ ਟਾਈਮ ਤਾਂ ਜੀ 1986 ਦੀ ਗੱਲ ਹੈ ਜੀ। ਉਸ ਟਾਈਮ ਭਾਈ ਸਾਹਿਬ, ਭਾਈ ਸਮਿੰਦਰ ਜੀ, ਉਹਨਾਂ ਦੀ ਖਾਸ ਤੌਰ ਤੇ ਡਿਊਟੀ ਲੱਗੀ ਸੀ, ਤੇ ਬਰਨਾਲਾ ਸਾਹਿਬ ਦੀ ਉਦੋਂ ਸੀਐਮ ਸੀ। ਤੇ ਜਦੋਂ ਭਾਈ ਸਮਿੰਦਰ ਜੀ ਇੱਥੇ ਆ ਗਏ ਆ, ਉਹਨਾਂ ਨੇ ਮੈਨੂੰ ਬੁਲਾ ਲਿਆ ਘਰੇ ਬੁਲਾ ਕੇ ਉਹਨਾਂ ਨੇ ਵੀ ਜਿੰਨੇ ਨੇ ਕੰਮ ਆਪਣਾ ਨਹੀਂ ਮੁੱਕਦਾ ਕੰਦੂ ਖੇੜਾ ਉਹਨਾਂ ਤੁਸੀਂ ਮੇਰੇ ਨਾਲ ਰਹਿਣਾ, ਤੇ ਮੈਂ ਨਾਲ ਹੀ ਰਿਹਾ ਉਨੇ ਦਿਨ। ਤੇ ਹੋਰ ਵੀ ਸੱਜਣ ਸਾਡੇ ਪਿੰਡ ਦਿਆਂ ਨੇ ਬਹੁਤ ਜ਼ਿਆਦਾ ਕੰਮ ਕੀਤਾ। ਤੇ ਦਰਅਸਲ ਇਹ ਸਰਕਾਰਾਂ ਦੀਆਂ ਜਿਹੜੀਆਂ ਨਾ ਨੀਤੀਆਂ ਬਹੁਤ ਮਾੜੀਆਂ ਨੇ। ਇਹ
ਚੰਡੀਗੜ੍ਹ ਦਾ ਰੌਲਾ ਪਾਈ ਜਾਂਦਾ, ਜਦੋਂ ਇਲੈਕਸ਼ਨ ਆਉਂਦਾ ਸੀ ਉਦੋਂ ਕਹਿੰਦੇ ਚੰਡੀਗੜ੍ਹ ਸਾਡਾ ਹੋਣਾ ਚਾਹੀਦਾ ਹੈ, ਪੰਜਾਬ ਦਾ, ਹਰਿਆਣੇ ਦਾ ਨਹੀਂ, ਸਾਡਾ ਹੋਣਾ ਚਾਹੀਦਾ। ਲੈ ਕੇ ਅਜੇ ਤੱਕ ਨਹੀਂ ਦਿੱਤਾ ਗਿਆ। ਨਾ ਨਾ ਕੁਝ ਵੀ ਨਹੀਂ ਲੈਣਾ, ਕੀ ਸੀ ਲੈਣਾ, ਦੇਣਾ ਹੈ ਹੀ ਕੁਝ ਨਹੀਂ। ਉਹ ਕੋਠੀਆਂ ਵੱਡੀਆਂ ਵੱਡੀਆਂ ਹੈਗੀਆਂ ਨੇ, ਉਹ ਰੌਲਾ ਪਾਉਂਦੇ ਸਾਨੂੰ ਚਾਹੀਦਾ, ਜਿੰਦਾ ਨਹੀਂ ਅਸੀਂ ਨਾ ਸਹੀ ਚੰਡੀਗੜ੍ਹ ਤੋਂ ਲੈਣਾ ਕੀ ਆ, ਸਾਨੂੰ ਚੰਡੀਗੜ੍ਹ ਦੀ ਲੋੜ ਨਹੀਂ ਸੀ। ਇਸ ਨੇੜੇ ਉੱਚਾ ਰਾਜਧਾਨੀ ਸਾਡੀ ਬਣੀ ਹੁੰਦੀ, ਤੇ ਇਹਨਾਂ ਨੇ ਫਿਰ ਰਾਜੀਵ ਲੌਂਗੋਵਾਲ ਸਮਝੌਤਾ ਜਿਹਾ ਸੀ ਇਹਨਾਂ ਕੀਤਾ, ਸਾਰੇ ਸਰਕਾਰਾਂ ਮਿਲ ਕੇ ਵੀ ਇਹ ਰਾਜੀਵ ਜਿਹੜਾ ਫੈਸਲਾ ਲੌਂਗੋਵਾਲ ਮਿਲ ਕੇ ਕਰ ਦੇਣਗੇ ਉਹ ਮਨਜ਼ੂਰ ਹੋਏਗਾ। ਇਹਨਾਂ ਨੇ ਫੈਸਲਾ ਫਿਰ ਕੀਤਾ ਵੀ ਉੱਥੇ ਜਾ ਕੇ ਬਹਿ ਗਏ ਤੇ ਰਸਗੁੱਲੇ ਲਿਆ ਕੇ ਖਾਂਦੇ ਰਹੇ, ਤੇ ਫੈਸਲਾ ਨਾ ਕਰ ਲਿਆ ਵੀ ਜਿਹੜਾ ਪਿੰਡ ਨਾਲ ਲੱਗਦਾ ਹਰਿਆਣੇ ਦੇ, ਉਹ ਪਿੰਡ ਦੇ ਵਿੱਚ ਆਬਾਦੀ 50% ਜਾਂ ਉੱਥੇ ਵੱਧ ਜਾਵੇ 55% ਹੋ ਜਾਏ ਹਿੰਦੀ ਬੋਲਦਿਆਂ ਦੀ, ਤੇ ਇਹ ਪਿੰਡ ਉਹਨੂੰ ਹਰਿਆਣਾ ਦਿੱਤਾ ਜਾਏਗਾ ਤੇ ਨਾਲ ਲੱਗਦਾ ਏਰੀਆ ਦਿੱਤਾ ਜਾਏਗਾ। ਇਹ ਫਾਜ਼ਿਲਕਾ ਤੱਕ ਅਬੋਹਰ ਤੱਕ ਇਹ ਸਾਰਾ ਨਾਲ ਏਰੀਆ ਦਿੱਤਾ ਜਾਏਗਾ। ਉਦੋਂ ਤੁਸੀਂ ਤਾਂ ਸਾਰਾ ਕੁਝ ਅੱਖੀ ਦੇਖਿਆ, VOTING ਕਿੰਨੀ ਹੋਈ ਸੀ, ਕਿੰਨੇ % ਲੋਕੀ ਕਹਿੰਦੇ ਸੀ ਅਸੀਂ ਤਾਂ ਸਾਡੀ ਬੋਲੀ ਪੰਜਾਬੀ ਹੈ। ਵੋਟਾਂ ਦਾ 91% ਹੋ ਗਈ ਸੀ ਉਦੋਂ। ਹਾਂਜੀ, ਉਦੋਂ 91% ਵੋਟਿੰਗ ਹੋਈ ਸੀ ਸਾਡੀ ਪੰਜਾਬੀ ਦੇ ਹੱਕ 'ਚ। ਪੰਜਾਬੀ ਦੇ ਹੱਕ 'ਚ 91% ਬੋਲ ਗਏ ਸੀ ਲੋਕ ਸਾਰੇ ਹੀ। ਸਾਰੇ ਚਾਹੁੰਦੇ ਵੀ ਸਾਡਾ ਪਿੰਡ ਇੱਥੇ ਰਹਿਣਾ ਚਾਹੀਦਾ ਪੰਜਾਬ 'ਚ। ਪਰ ਪਿੰਡ ਦੇ ਉਸ ਪਾਈ VOTING ਦਾ ਸਰਕਾਰ ਨੇ ਉਹ ਪੂਰਾ ਮੰਨਿਆ ਹੀ ਨਹੀਂ, ਕੇਂਦਰ ਸਰਕਾਰ ਨੇ ਫਿਰ ਵੀ ਚੰਡੀਗੜ੍ਹ ਦਿੱਤਾ ਨਹੀਂ। ਕੱਖ ਨਹੀਂ ਮੰਨਿਆ ਜੀ। ਜੇਕਰ ਸਾਡਾ ਇੱਥੇ 49% ਆ ਜਾਂਦੀ ਤੇ ਸਾਡਾ ਪਿੰਡ ਨੂੰ ਹਰਿਆਣੇ ਚੱਲ ਜਾਣਾ ਸੀ, ਇਹਨਾਂ ਫੈਸਲਾ ਦਵਾ ਕਰ ਦੇਣਾ ਸੀ, ਤੇ ਇਹਨਾਂ ਨੇ ਕੁਛ ਨਹੀਂ ਮੰਨਿਆ। ਆਪਣੇ ਮੂੰਹ ਕਹੇ ਤੋਂ ਵੀ ਮੁੱਕਰ ਗਏ। ਹਾਂਜੀ, ਕਹੇ ਤੋਂ ਵੀ ਮੁੱਕਰ ਗਏ ਜੋ ਕਿਹਾ। ਇੱਥੇ ਬੜਾ ਸਟੇਜਾਂ 'ਤੇ ਬੋਲਦੇ ਰਹੇ ਅਸੀਂ ਇੰਨੇ ਮੁੰਡੇ ਤੁਹਾਡੇ ਭਰਤੀ ਕਰਾਂਗੇ ਕੰਦੂਖੜੇ ਦੇ, ਇਹਨਾਂ ਘਰ ਘਰ ਅਸੀਂ ਭਾਂਡੇ ਵੰਡਾਂਗੇ, ਘਰ ਘਰ ਅਸੀਂ ਆਹ ਕੁਝ ਦੇਵਾਂਗੇ, ਗਰੀਬਾਂ ਨੂੰ ਆਹ ਕਰਾਂਗੇ, ਗਰੀਬਾਂ ਦੇ ਬੱਚੇ ਅਸੀਂ ਨੌਕਰੀਆਂ ਦੇਵਾਂਗੇ। ਕਿਸੇ ਨੇ ਕੱਖ ਨਹੀਂ ਕੀਤਾ ਅਜੇ ਤੱਕ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ, ਤੁਸੀਂ ਵੀ ਇਸ ਪਿੰਡ ਦੇ ਵਸਨੀਕ ਹੋ, ਕਦੋਂ ਤੋਂ ਰਹਿ ਰਹੇ ਹੋ ਇਸ ਪਿੰਡ 'ਚ? ਕੋਈ ਲਗਭਗ ਮੈਂ ਇਸ ਪਿੰਡ ਦੇ ਵਿੱਚ 1900 ਤੇ 66-67 ਦਾ ਰਹਿ ਰਿਹਾ, 66 ਦੇ ਵਿੱਚ। ਕਹਿ ਸਕਦੇ ਹਾਂ ਕਿ ਬਚਪਨ ਵੀ ਇਹਨਾਂ ਪਿੰਡ ਦੀਆਂ ਗਲੀਆਂ 'ਚ ਵੀ? ਬਚਪਨ ਵੀ ਇਸ ਪਿੰਡ ਦੀਆਂ ਗਲੀਆਂ 'ਚ ਕੀਤਾ, ਔਰ ਜੋ ਕੁਛ ਇੱਥੇ ਹੋਇਆ ਉਹ ਮੇਰੇ ਥਰੂ ਹੋਇਆ। ਜੋ ਕੁਛ ਇੱਥੇ ਕੈਪਟਨ ਅਮਰਿੰਦਰ ਸਿੰਘ ਸੀ ਨਾਲ, ਭਾਈ ਸਾਹਿਬ ਸੀ ਨਾਲ, ਤਾਂ ਉਹਨਾਂ ਨੇ ਨੰਬਰ 3 ਦਾ ਬੰਦਾ ਮੈਂ ਹੀ ਸੀ ਉਦੋਂ, ਠੀਕ ਹੈ ਨਾ। ਤੇ ਬੜੀ ਹਿੰਮਤ ਕੀਤੀ, ਬੜੀ ਦਲੇਰੀ ਕੀਤੀ। ਅਸੀਂ ਤਾਂ ਸ਼ੁਕਰਾਨਾ ਕਰਦੇ ਹਾਂ ਵੀ ਕਿਉਂਕਿ ਸਾਡਾ ਪਿੰਡ ਬਚ ਗਿਆ ਉਹਨਾਂ ਦੀ ਹਿੰਮਤ ਨਾਲ, ਭਾਈ ਸਾਹਿਬ ਦੀ ਹਿੰਮਤ ਨਾਲ, ਰਾਜਾ ਸਾਹਿਬ ਦੀ ਹਿੰਮਤ ਨਾਲ। ਬਾਲ ਸਾਹਿਬ ਵੀ ਇੱਥੇ ਆਏ ਸੀ, ਸਾਰਿਆਂ ਨੇ ਕੋਸ਼ਿਸ਼ ਕੀਤੀ। ਔਰ ਸਾਰਾ ਜਿਹੜਾ ਇੱਕ ਸਵਾਲ ਹੈ, ਉਦੋਂ ਸਾਰਿਆਂ ਨੇ ਗੇੜੇ ਲਾਏ, ਉਸ ਤੋਂ ਬਾਅਦ ਕਿੰਨੇ ਗੇੜੇ ਲੱਗੇ ਉਸ ਸਿਆਸਤ? ਤੋਂ ਬਾਅਦ ਜੀ ਜਿਹੜੇ ਗੇੜੇ ਲੱਗੇ ਆ ਤਾਂ ਹੈ ਬਾਲ ਸਾਹਿਬ ਤਾਂ ਆਉਂਦੇ ਰਹੇ, ਇੱਥੇ ਉਹਨਾਂ ਦਾ ਇਲਾਕਾ ਸੀਗਾ। ਪਰ ਜਿਹੜੀ ਕੋਈ ਗੱਲ ਸੀ ਨਾ ਮੁੰਡਿਆਂ ਵਾਲੀ, ਇਹ ਗੱਲ ਸਾਡੀ ਪੂਰੀ ਨਹੀਂ ਹੋਈ ਹੈਗੀ। ਨੌਕਰੀਆਂ ਵਾਲੀ ਗੱਲ ਨਹੀਂ ਪੂਰੀ ਹੋਈ, ਹੱਕ ਬਣਦਾ ਸੀ ਸਾਡਾ। ਹਾਂਜੀ ਹਾਂਜੀ। ਤਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਹੱਕ ਇਹਨਾਂ ਨੂੰ ਜੋ ਮਿਲਣੇ ਚਾਹੀਦੇ ਸੀ ਉਹ ਨਹੀਂ ਮਿਲੇ, ਉਹ ਮਿਲਣੇ ਚਾਹੀਦੇ ਸੀ। ਤਾਂ ਸ੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਕੰਦੂ ਖੇੜਾ, ਖਾਸ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਦਾ ਇਹ ਪਿੰਡ, ਵਿਕਾਸ ਦੀ ਜਿਹੜੀ ਲੀਹ ਦੇ ਉੱਤੇ ਤੁਰਨਾ ਚਾਹੀਦਾ ਸੀ, ਨਹੀਂ ਤੋਰਿਆ ਗਿਆ। ਕਿਤੇ ਨਾ ਕਿਤੇ ਇਹਨਾਂ ਪਿੰਡ ਵਾਲਿਆਂ ਨੂੰ ਸ਼ਿਕਵਾ ਹੈ, ਗਿਲਾ ਹੈ ਸਰਕਾਰ ਤੋਂ ਕਿ ਜੋ ਸਾਨੂੰ ਦੇਣਾ ਚਾਹੀਦਾ ਸੀ ਅਸੀਂ ਸਹਿਯੋਗ ਦਿੱਤਾ, ਸਾਨੂੰ ਕਿਉਂ ਨਹੀਂ ਦਿੱਤਾ ਗਿਆ। ਕੇਂਦਰ ਸਰਕਾਰ ਤੋਂ ਬਾਅਦ ਸੂਬਾ ਸਰਕਾਰ ਦਾ ਹੱਕ ਬਣਦਾ ਸੀ। ਪਿੰਡ ਵਾਲੇ ਉਲਾਂਭਾ ਦੇ ਰਹੇ ਨੇ ਸਰਕਾਰ ਨੂੰ। ਹੁਣ ਸਵਾਲ ਇਹ ਹੈ ਕਿ ਸਰਕਾਰ ਇਸ ਪਿੰਡ ਦੇ ਵੱਲ ਕਦੋਂ ਨਜ਼ਰ ਮਾਰੇਗੀ, ਸਵੱਲੀ ਨਜ਼ਰ ਦੇ ਨਾਲ ਇਸ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਕਦੋਂ ਦਿੱਤਾ ਜਾਵੇਗਾ? ਕੈਪਟਨ ਸਾਹਿਬ ਨੇ ਗੋਦੀ ਲਿਆ ਪਿੰਡ ਕੰਦੂਖੜਾ ਜੀ, ਵੀ ਇਹ ਤੁਹਾਡਾ ਪਿੰਡ ਮੈਂ ਗੋਦ ਲੈਣਾ ਕੈਪਟਨ ਸਾਹਿਬ ਨੇ। ਤੇ ਕੈਪਟਨ ਸਾਹਿਬ ਨੇ ਮੈਂ ਉਹਨਾਂ ਸੁਪਨੇ 'ਚ ਨਹੀਂ ਵੇਖਿਆ ਨਾ ਪਿੰਡ ਜਦੋਂ ਸੀਐਮ ਬਣੇ ਨੇ। ਤੇ ਹੁਣ ਤਾਂ ਕਰਨਾ ਕੀ ਆ, ਹੁਣ ਤਾਂ ਪਾਰਟੀਆਂ ਨਵੀਆਂ ਬਣਾਉਣੀਆਂ ਸੀ, ਅਸੀਂ ਹੋਰ ਕਰਨਾ। ਉਹ ਚ ਲੈ ਕੇ ਇੱਕ ਵੀ ਲੋਰੀ ਨਹੀਂ ਮਿਲੀ ਨਾ, ਕੱਖ ਨਹੀਂ, ਕੁਛ ਨਹੀਂ ਕੀਤਾ। ਸਰਪੰਚ ਸਾਹਿਬ ਖੜੇ, ਪੁੱਛੋ ਇਹਨਾਂ ਤੋਂ ਵੀ ਉਹ ਤੋਂ ਆਏ ਐਸਡੀਐਮ ਸਾਹਿਬ ਭੇਜਤੇ, ਆਹ ਭੇਜਤੇ ਵੀ ਕੈਪਟਨ ਸਾਹਿਬ ਤੁਹਾਡਾ ਪਿੰਡ ਲੈ ਲਿਆ ਜੀ। ਸਹਿਮਤ ਤੋਂ ਕਹਿੰਦੇ ਗੋਚ ਲੈ ਲਿਆ, ਲੋਰੀ ਇੱਕ ਵੀ ਨਹੀਂ ਦੇ ਕੇ ਗਏ। ਨਹੀਂ ਮਤਲਬ ਗੋਦ ਦੀ ਵਾਲੀ ਜਾਂ ਜਿਵੇਂ ਕਹੀ ਜਾਂਦੇ ਆ, ਮਤਲਬ ਉਹ ਜਿਹੜੀ ਮਤਲਬ ਪਹਿਲਾਂ ਨਹੀਂ ਗੱਲ ਕਹੀ ਸੀ, ਲੈਟਰ ਕੱਢਿਆ ਸੀ ਉਹਨੇ ਕਿਹਾ ਵੀ ਮੇਰਾ ਕਲੋਜ਼ ਪਿੰਡ ਕੰਦੂ ਖੇੜਾ, ਸਾਰੇ ਪੰਜਾਬ ਨਾਲੋਂ ਲੈਟਰ ਤੇ ਲਿਖਿਆ, ਮੇਰੇ ਕੋਲ ਲੈਟਰ ਪਿਆ ਕਰੇ। ਵਿਧਾਨ ਸਭਾ ਚ ਰੌਲਾ ਪਿਆ ਜੀ, ਵਿਧਾਨ ਸਭਾ ਵਿੱਚ ਕੰਦੂ ਖੇੜਾ ਨਾਮ। ਉਸ ਤੋਂ ਬਾਅਦ ਐਸਡੀਐਮ ਡੀ ਸਾਹਿਬ ਨੂੰ ਲੈਟਰ ਆਇਆ, ਡੀ ਸਾਹਿਬ ਨੇ ਐਸਡੀਐਮ ਨੂੰ ਭੇਜਿਆ, ਐਸਡੀਐਮ ਵੇਖ ਕੇ ਕਰਕੇ ਐਸਟੀਮੇਟ ਵੀ ਬਣਵਾ ਲਏ ਮੇਰੇ ਤੋਂ, ਐਸਟੀਮੇਟ ਵੀ ਬਣੇ ਪਿਆ, ਬਸ ਉਹ ਖਜ਼ਾਨੇ ਚੋਂ ਮਾੜਾ ਜਿਹਾ ਛਾਰਾ ਕਰਨ। ਹਲਚਲ ਹੋ ਗਈ। ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਗੱਲਬਾਤ ਕਰਨ ਦੀ ਕਿ ਪਿੰਡ ਦੇ ਲੋਕ ਚਾਹੁੰਦੇ ਕੀ ਨੇ ਔਰ ਦਿੱਤਾ ਕਦੋਂ ਜਾਵੇਗਾ। ਸਾਥੀ ਕੈਮਰਾਮੈਨ ਕੁਲਵਿੰਦਰ ਗੋਲਡੀ ਦੇ ਨਾਲ ਸੰਦੀਪ ਲਾਦੂਕਾ, ਦ ਸਮਰ ਨਿਊਜ਼, ਕੰਦੂ ਖੇੜਾ। लेट मी टेल यू फ्रीडम क्या है। फ्रीडम अधूरी नींद से, फ्रीडम शोल्डर और कमर के दर्द से, फ्रीडम सुबह के चिड़चिड़ेपन से। हमें पता है 8 घंटों की सुकून वाली नींद कितनी जरूरी है। अब अपने ही घर में किसी 5 स्टार होटल के लग्जूरियस मैट्रेस पर आने वाली शानदार नींद के लिए चुने फ्रीडम मैट्रेस। कंफर्टेबल, लॉन्ग लास्टिंग, वैल्यू फॉर मनी,
और लाइफ टाइम वारंटी के साथ नेक्स्ट जनरेशन मैट्रेस फ्रीडम मैट्रेस।